आओ जी संगत जी, मन बिरतियां इकागर करिए। पातशाह दी बख्शी फतेह दी सांझ पाइए। वाहिगुरू जी का खालसा, वाहिगुरू जी की फतेह। चल रही बाणी जपजी साहिब जी दी विचार दी सांझ पांदियां होया असी सारे 27ਵੀਂ पौड़ी दी विचार दी सांझ पा रहे हैं ते कुछ आखिरी पंक्तियां असी विचारनियां ने, है ना। आओ रल के पौड़ी पढ़िए ते जिहड़ियां पंक्तियां साडियां असी विचारनियां ने अगलियां वालियां ओ लैंदे आ। सो दर केहा सो कार केहा जित बह सर्व समाले, वाजे नाद अनेक असंखा केते वावण हारे, केते राग परीसियूं कहियन केते गावण हारे, गावे तोनो पौण पाणी बैसंतर, गावे राजा धर्म दुआरे, गावे चित गुपत लिख जाने, लिख लिख धर्म विचारे, गावे ईश्वर ब्रह्मा देवी सोहन सदा सवारे, गावे इंदासन बैठे देवत्यां दर नाले, गावे सिद्ध समाधि अंदर गावन साध विचारे, गावन जति सती संतोखी गावे वीर करारे, गावन पंडित पढ़न रखी सर जुग जुग वेदा नाले, गावे मोहनिया मन मोहन सुरगा मछ प्याले, गावन रतन उपाय तेरे 860 तीरथ नाले, गावे जोध महाबल सूरा गावे खाणी चारे, गावे खंड मंडल वरवंडा कार कार रखे तारे। इत्थों तक असी विचारिया सी। अगलियां पंक्तियां। सेई तुदनु गावे जो तुद पावन, रते तेरे भगत रसाले, और केते गावन से मैं चित ना आवन, नानक क्या विचारे, सोई सोई सदा सच साहिब साचा, साची नाई है भी होसी जाए ना जासी, रचना जिन रचाई। इत्थों तक कोशिश करदे जे समा होया ते अगलियां पंक्तियां लांगे। केड़ी पंक्ति असी करनी है? सेई तुदनु गावे जो तुद पावन, रत्ते तेरे भगत रसाले। लफ्जी अर्थ सेई ओही, तुदनु तैनू, गावे गांदे हन गा रहे हन, जो तुद पावन जो तुदनु तुहानू पावन चंगे लगते हन, रत्ते तेरे भगत रसाले। रत्ते जो तुहानू पाउंदे हन, ओही तुहानू गाउंदे हन, ते जेड़े गाउंदे हन पाउंदे हन ओ कैसे हो जांदे हन? रत्ते रत्ते जांदे ने प्रेम विच, रंग विच। होंदे कौन ने उन्हां? तेरे भगत। तेरे भगत रंगे जांदे ने प्रेम विच, रत्ते तेरे भगत रसाले। तैनू कौन गांदे ने? तेरे भगत। तैनू कौन पाउंदे ने? तेरे भगत। तेरे भगतां दी निशानी ओ रत्ते जांदे ने, ओ प्रेम विच भरे होंदे ने, रसाले रस नाल। की भाव? ओ तेरे प्रेम नाल मस्त
ਭਗਤੀ ਦੇ ਰਸ ਵਿੱਚ ਭਰੇ ਹੋਏ ਹੁੰਦੇ ਹਨ। ਇਹੀ ਨਿਕਲ ਕੇ ਆਇਆ ਨਾ। ਤੈਨੂੰ ਗਾਣ ਵਾਲੇ, ਤੈਨੂੰ ਭਾਣ ਵਾਲੇ ਤੇਰੇ ਪ੍ਰੇਮ ਵਿੱਚ ਮਸਤ ਤੇ ਭਗਤੀ ਦੇ ਰਸ ਵਿੱਚ ਭਰੇ ਹੋਏ। ਸੋ ਇਹ ਕਿਹੜੀ ਭਗਤੀ ਹੋ ਗਈ? ਪ੍ਰੇਮਾ ਭਗਤੀ। ਇਹ ਸਾਨੂੰ ਇੱਥੋਂ ਪਤਾ ਹੋ ਲੱਗੀ। ਸੋ ਜਿਹੜੀ ਅਸੀਂ ਕਹਿੰਦੇ ਆ ਪ੍ਰੇਮਾ ਭਗਤੀ, ਉਹ ਤੈਨੂੰ ਪਾਉਂਦੀ ਹੈ। ਹੁਣ ਬਾਕੀ ਪੌੜੀ ਰਾਹੀਂ ਕੀ ਪਤਾ ਲੱਗਾ ਸੀ, ਜੋ ਅਸੀਂ ਸ਼ੁਰੂ ਦੀ ਕਰਦੇ ਆ ਰਹੇ ਹਾਂ ਕਿ ਕੌਣ ਗਾ ਰਿਹਾ ਹੈ? ਆਖਰੀ ਪੰਕਤੀ 'ਚ ਤੇਰੀ ਰਜ਼ਾ ਵਿੱਚ ਤੁਰਦੇ ਨੇ। ਸੋ ਪਾਤਸ਼ਾਹ ਸ਼ਾਹਾਂ ਪਾਤ ਸਾਹਿਬ ਨਾਨਕ ਰਹਿਣ ਰਜ਼ਾਈ। ਉਹ ਪਾਤਸ਼ਾਹ ਦੀ, ਮਾਲਕ ਦੀ ਰਜ਼ਾ ਵਿੱਚ ਰਹਿਣਾ ਪਸੰਦ ਕਰਦੇ ਹਨ। ਉਹੀ ਤੈਨੂੰ ਗਾ ਰਹੇ ਨੇ। ਸ਼ੁਰੂਆਤ ਵਿੱਚ ਗਾਣਾ ਨਿਕਲ ਕੇ ਆ ਰਿਹਾ। ਹੁਣ ਗਾਉਣ ਵੇਲੇ ਦਰ ਤੇ ਕੀ ਹੋਇਆ? ਸਤਿਗੁਰ ਦਾ ਸੰਗ। ਸਤਿਗੁਰ ਦਾ ਸੰਗ ਸਦਾ ਲੋ। ਜਿਹੜੇ ਰਜ਼ਾ ਵਿੱਚ ਰਹਿਣਗੇ ਉਹ ਗੁਰੂ ਦੇ ਸੰਗ ਨਾਲ ਰਹਿਣਗੇ। ਗੁਰੂ ਦੇ ਸੰਗ ਤੋਂ ਬਿਨਾਂ ਰਜ਼ਾ ਦੀ ਸੋਝੀ ਹੀ ਨਹੀਂ ਆਉਂਦੀ। ਗੁਰੂ ਹੀ ਰਜ਼ਾ ਦੀ ਸੋਝੀ ਦਿੰਦਾ ਹੈ। ਗੁਰੂ ਹੀ ਦਰ ਹੈ ਤੇ ਗੁਰੂ ਦੇ ਘਰ ਹੀ ਟਿਕਣਾ ਹੈ। ਤੇ ਉਹ ਗਾਉਂਦੇ ਕਿਹਨੂੰ ਨੇ? ਤੇਰੇ ਤਾਣ ਨੂੰ, ਤੇਰੇ ਗੁਣਾਂ ਨੂੰ। ਹਰੀ ਦੇ ਗੁਣਾਂ ਨੂੰ ਗਾਉਂਦੇ ਨੇ, ਹਰੀ ਦੇ ਗੁਣਾਂ ਨੂੰ ਮੰਗਦੇ ਨੇ। ਸਾਰਾ ਅਸੀਂ ਜੋ ਕਰਕੇ ਆਏ ਆ ਉਹਦਾ ਭਾਵ ਅਰਥ। ਤੈਨੂੰ ਭਾਉਂਦੇ ਨੇ, ਤੇਰੀ ਰਜ਼ਾ ਵਿੱਚ ਰਹਿੰਦੇ ਨੇ। ਸਤਿਗੁਰ ਦਾ ਸੰਗ ਸਦਾ ਲੋਚਦੇ ਨੇ, ਸਤਿਗੁਰ ਦੇ ਦਰਸ਼ਨਾਂ ਨੂੰ ਲੋਚਦੇ ਨੇ, ਹਰੀ ਦੇ ਗੁਣਾਂ ਨੂੰ ਮੰਗਦੇ ਨੇ, ਤੇਰਾ ਸਹਾਰਾ ਮੰਗਦੇ ਨੇ, ਤੇਰਾ ਆਸਰਾ ਮੰਗਦੇ ਨੇ, ਤੇਰੀ ਟੇਕ ਮੰਗਦੇ ਨੇ, ਤੇਰੀ ਸ਼ਰਨ ਵਿੱਚ ਰਹਿੰਦੇ ਨੇ। ਤਾਂ ਹੀ ਤੇ ਕੁਦਰਤ ਦੇ ਗੁਣ ਨਜ਼ਰ ਆਉਣਗੇ। ਇਹ ਅਸੀਂ ਅਖਰੀ ਅਰਥ ਲੈ ਰਹੇ ਹਾਂ। ਤੇ ਰੱਤੇ ਹੋਏ ਹੁੰਦੇ ਨੇ, ਰਸ ਨਾਲ ਭਰੇ ਹੁੰਦੇ ਨੇ। ਕਾਰਨ ਕੀ ਹੈ? ਉਹਨਾਂ ਨੂੰ ਕੀ ਪਤਾ ਲੱਗਦਾ ਹੈ? ਉਹ ਕਿਹੜੀ ਸਮਝ ਲੈ ਲੈਂਦੇ ਨੇ ਗੁਰੂ ਨਾਲ? ਅਸੀਂ ਜੋ ਨਿਚੋੜ ਕਰਕੇ ਆਏ ਆ ਉਹ ਮਾਣੀਏ ਤੇ ਸਹੀ ਵੀ ਹਰੇਕ ਮਨੁੱਖ ਕੁਦਰਤ ਦਾ ਪੱਤਾ ਪੱਤਾ ਮਾਲਕ ਨੇ ਵਿਲੱਖਣ ਰਚਿਆ ਹੈ। ਇਹ ਤੇ ਕੁਦਰਤ ਪੂਰੀ ਸਾਰੀ ਕੀ ਹੈ? ਵਿਲੱਖਣ। ਮਨੁੱਖੀ ਸੋਚ ਮੰਡਲ ਵਿੱਚ ਕੀ ਹੈ? ਵਿਲੱਖਣਤਾ ਹੀ। ਉਸ ਜਿਹੜੀ ਸੋਚ ਮੰਡਲ ਜਿਹੜੀ ਕਰਤੇ ਨੇ ਆਪ ਰਚੀ ਹੈ, ਸਾਜੀ ਹੈ, ਸਵਾਰੀ ਹੈ, ਸ਼ਿੰਗਾਰੀ ਹੈ, ਉਹਦੇ 'ਚ ਕਰਤੇ ਨੇ ਕੀ ਭਰਿਆ ਹੈ? ਗੁਣਾਂ ਦੀ ਤਾਕਤ, ਬਲ। ਉਸ ਸਦਕਾ ਹੀ ਉਹਨਾਂ ਦੇ ਅੰਦਰ ਕੁਦਰਤ ਦੇ ਗੁਣਾਂ ਦੀਆਂ ਭਾਵਨਾਵਾਂ ਭਰ ਜਾਂਦੀਆਂ ਨੇ। ਇਹ ਪੌਣ ਪਾਣੀ ਬੇਸੰਤਰ ਸਾਨੂੰ ਕੀ ਸਮਝ ਆਇਆ? ਉਹ ਇਮੋਸ਼ਨਸ ਨੇ। ਉਹ ਸਾਡੇ ਅੰਦਰ ਗੁਰੂ ਪਾਤਸ਼ਾਹ ਭਾਵਨਾਵਾਂ ਭਰ ਦੇਣਗੇ। ਇਹ ਪ੍ਰੇਮ ਦੀ ਕੀ ਹੈ? ਭਾਵਨਾ। ਸੰਤੋਖ ਕੀ ਹੈ? ਭਾਵਨਾ। ਸਾਰਿਆਂ ਨਾਲ ਵਰਤਦਿਆਂ ਹੋਇਆਂ ਸਾਰਿਆਂ ਵਿੱਚ ਇੱਕ ਨੂੰ ਵੇਖਣਾ ਫੀਲਿੰਗ ਹੈ। ਕੁਦਰਤ ਦੇ ਕਰਤੇ ਨੂੰ ਕਿੱਥੇ ਵੇਖਣਾ? ਕੁਦਰਤ ਵਿੱਚ। ਕਿਸ ਨੂੰ ਕੀ ਪਤਾ ਹੈ ਕੌਣ ਕੁਦਰਤ ਵਿੱਚ ਕੀ ਵੇਖ ਰਿਹਾ ਹੈ? ਬਾਹਰੋਂ ਕੋਈ ਨਜ਼ਰ ਆਏਗਾ? ਹਰੇਕ ਦੀਆਂ ਆਪਣੇ ਅੰਦਰ ਗੁਰੂ ਪਾਤਸ਼ਾਹ ਇਹ ਇਮੋਸ਼ਨਸ ਪ੍ਰਗਟ ਕਰ ਦੇਣਗੇ। ਇਹ ਸਾਨੂੰ ਇਸ ਪੌੜੀ ਰਾਹੀਂ ਸਮਝ ਆ ਰਹੀ ਹੈ ਕਿ ਕੁਦਰਤ ਦੇ ਕਰਤੇ ਨੇ ਕੁਦਰਤ ਦੇ ਵਿੱਚ ਹਰ ਕਣ ਕਣ ਵਿੱਚ ਅਗਲ ਅਕਾਲ ਪੁਰਖ ਵਸਦਾ ਹੈ। ਉਹ ਸਾਨੂੰ ਹਉਮੈ ਦੀ ਅਕਲ ਨਾਲ ਤੇ ਨਹੀਂ ਨਜ਼ਰ ਆਇਆ ਸੀ। ਅਸੀਂ ਕਹਿੰਦੇ ਹਾਂ ਕਿ ਹੁਕਮ ਬਿਨਾ ਪੱਤਾ ਨਹੀਂ ਹਿਲਦਾ। ਕੁਦਰਤ ਦਾ ਕਰਤਾ ਕਣ ਕਣ ਵਿੱਚ ਮੌਜੂਦ ਹੈ, ਪਰ ਕਿ ਜਿਹੜੀ ਹਉਮੈ ਦੀ ਅਕਲ ਨਾਲ, ਜਿਹੜੀ ਚਲਾਕੀਆਂ ਵਾਲੀ ਅਕਲ ਨਾਲ ਹੁਣ ਤੱਕ
मैं तुरदा पिया सी कि मैनू कुदरत दा करता कण कण विच वसिया महसूस होया सी? नहीं होया हुंदा ते मैं इतने खिलेरे क्यों पांदा? मैनू भांत भांत दी दुनिया क्यों नजर आंदी? मैनू बुरा भला क्यों नजर आंदा? सो गुरु पातशाह साडा नजरिया जदों बदल दिंदे ने तां सानू ਉਹ ਸਤਿਗੁਰ ਸਦਕਾ ਸਾਰਿਆਂ ਵਿੱਚ ਵਸਦਾ ਮਹਿਸੂਸ ਹੋਇਆ ਹੈ। ਉਹਦੀ ਸਰਬ ਵਿਆਪਕਤਾ ਨੂੰ ਮਹਿਸੂਸ ਕਰਨਾ, ਇੱਕ ਦ੍ਰਿਸ਼ਟੀ ਦੇ ਦੇਣਾ, ਇੱਕ ਨਜ਼ਰ ਦੇ ਦੇਣਾ। ਜੈਸੀ ਅਕਾਲ ਪੁਰਖ ਦੀ ਆਪਣੀ ਨਜ਼ਰ ਹੈ, ਜੈਸੀ ਗੁਰੂ ਦੀ ਨਜ਼ਰ ਹੈ, ਉਹ ਨਜ਼ਰ, ਉਹ ਨਜ਼ਰੀਆ ਮਨੁੱਖ ਦਾ ਗੁਰੂ ਪਾਤਸ਼ਾਹ ਬਣਾ ਦਿੰਦੇ ਨੇ। ताई ते कहंदे ने हर जन ऐसा चाहिए जैसा हार ही होए। जिदी नज़र बनांदे ने ओनू ही सदा नदर हेठां रखदे ने। ये असी केवल किस पंक्ति नू अपने अंदर लभना चाहते हैं। सेई तुदनु गावे जो तुद पावन रते तेरे भगत रसाले। नदर हेठा आ गया ते सदा चित विच वसिया महसूस होया। सानू गुरु पातशाह बाणी राई बड़ी जगह ये समझाते ने हरि नू की पाउंदा है, वो भी नाल नाल लैके चलिए। हर के गुण हर भावदे से गुरु ते पाए। सेई तुद नू गावे जो तुद पावन। जो तेनू पाउंदे ने, तेनू कौन पाउंदे ने? जिन्हां नू तेरे गुण पाउंदे ने। ताई ते पूरी पौड़ी गुणा दी प्राप्त हो गई सानू। तेनू गुण पाउंदे ने, और गुणा सदका ही रजा विच जी सकांगे। जे गुण नहीं रजा मननी, ताई ते कहंदे ने तेरी रजा मननी औखी है। क्यों? ते औखा कहंदा ही कौन है? सतगुर कवाएगा। जदों मैं सतगुर नाल आ ते मैं कवांगा रजा औखी। कौन कह रहा रजा औखी? इंज ते अपने आप नू ऑब्जर्व करना है। मैं कहना रजा औखी कदों? जदों मैं कल्ला वां, जदों मेरे नाल गुरु नहीं है, जदों मेरी मत दा आगू गुरु नहीं है। ते जदों गुरु नाल है फिर गुरु कह रहा है। ते जदों गुरु कहेगा रजा औखी है। अपनी रजा मनवानी, बल किनू दे रहा है रजा मनवाण लई? ते रजा है की है? रजा की है? जो मननी है। उस्तत नू उस्तत नहीं मनना, समझ आ जानी ए फोकी है। असल वडियाई गुरु दी है। निंदा नू निंदा नहीं मनना, फोकी है। क्यों? समझ आ गई। हर किसी दा अपना अपना नजरिया है। उन्हां दा अपना, वो अपनी नजर नाल वेख रहे ने। मैं डिस्टर्ब नहीं होना। मैं डिस्टर्ब हर्ट तां होवांगा जदों मैं कल्ला वां। गुरु कल्ला है, उस्तत निंदा बराबर लगणगे। गुरु नाल है, उस्तत निंदा बराबर लगणगे। गुरु नाल है, दुख सुख समझ आ गए। हर के गुण हर भावदे से गुरु ते पाए। जिन गुर का पाणा मन्निया तिन कुम कुम जाए। जिन्हां ने गुरु दी मर्जी मन लई, जिन्हां ने गुरु दा आखा मन लिया, जिन्हां ने गुरु दा उपदेश गुरबाणी राही सुनिया ते मन्निया, वो अभिमान वाले रस्ते तो हट गए। गुरु ने यह भी बाणी च गल दस दिती है, हर जियो हंकार ना पावे, वेद कूक सुनावे। हंकार मुए से विगती गए, मर जम्मे फिर आवे। हरी नू हंकार जरा नहीं पाउंदा जे।
ਹੰਕਾਰ ਦੇ ਰਸਤੇ ਤੇ ਗੁਰੂ ਨਹੀਂ ਚਲਾਂਦਾ। ਸਾਫ਼ ਕਲੀਅਰ ਬਾਣੀ ਸੱਚ ਸਾਰਿਆਂ ਵਾਸਤੇ ਇੱਕੋ ਜਿਹੀ। ਤਾਈ ਤੇ ਕੁਝ ਅਸੀਂ ਆਓ ਗੁਣ ਗਾਣ ਦਾ ਤਰੀਕਾ ਗੁਰੂ ਨਾਨਕ ਪਾਤਸ਼ਾਹ ਜੀ ਦੀਆਂ ਉਹ ਜਿਹੜੀਆਂ ਛੋਟੀਆਂ ਛੋਟੀਆਂ ਅਸੀਂ ਸਾਖੀਆਂ ਸੁਣਦੇ ਹਾਂ ਉਹਨਾਂ ਵਿੱਚੋਂ ਵੀ ਲੱਭੀਏ। ਗੁਰੂ ਪਾਤਸ਼ਾਹ ਨੇ ਰਜ਼ਾ ਵਿੱਚ ਲਿਆਉਣ ਲਈ ਇਸ ਮਨ ਨੂੰ ਪਹਿਲੇ ਪੱਕਾ ਪੀੜਾ ਕੀਤਾ ਕਿਵੇਂ। ਉਸ ਦਿਨ ਅਸੀਂ ਇਹ ਗੱਲ ਕਰ ਰਹੇ ਸੀ ਕਿ ਗੁਰੂ ਪਾਤਸ਼ਾਹ ਜੀ ਨੇ ਕੁੰਡ ਪ੍ਰਥਾ ਤੋਂ ਆਜ਼ਾਦ ਕੀਤਾ, ਸਤੀ ਪ੍ਰਥਾ ਤੋਂ ਆਜ਼ਾਦ ਕੀਤਾ। ਆਓ ਲੱਭੀਏ ਤੇ ਸਹੀ ਇਹ ਘਟਨਾਵਾਂ ਖਾਲੀ ਗੱਲਾਂ ਨਾਲ ਕਰਨ ਵਾਲੀਆਂ ਨੇ। ਗੁਰੂ ਨਾਨਕ ਪਾਤਸ਼ਾਹ ਜੀ ਦੀ ਗੱਲ ਕਰ ਰਹੇ ਆ, ਇਹ ਵੀ ਤੇ ਗੁਣ ਗਾਣੇ ਨੇ। ਸਮਾਜ ਵਿੱਚ ਜਿਹੜੀਆਂ ਕੁਰੀਤੀਆਂ ਫੈਲੀਆਂ ਹੋਈਆਂ ਨੇ, ਜਿਹੜੇ ਭੈੜੇ ਰਿਵਾਜ ਸਦੀਆਂ ਤੋਂ ਚੱਲਦੇ ਆ ਰਹੇ ਨੇ, ਉਹਨਾਂ ਰਿਵਾਜ਼ਾਂ ਨੂੰ ਪਰਖ ਬੁੱਧੀ ਨਾਲ ਨਹੀਂ ਲੈਣਾ। ਗੁਰੂ ਨਾਨਕ ਪਾਤਸ਼ਾਹ ਜੀ ਦੀ ਅਸੀਂ ਬੜੀ ਕਹਿੰਦੇ ਆ ਗੁਰੂ ਪਾਤਸ਼ਾਹ ਨੇ ਜਨੇਊ ਧਾਰਨ ਨਹੀਂ ਕੀਤਾ। ਇੱਕ ਵਾਰੀ ਉਹ ਦ੍ਰਿਸ਼ ਦੇ ਸਾਹਮਣੇ ਲੈ ਕੇ ਆਈਏ। ਗੁਰੂ ਪਾਤਸ਼ਾਹ ਜੀ ਨੇ ਜਿਹੜੀ ਵੀ ਗੱਲ ਕੀਤੀ, ਜਿਹੜੀ ਸੰਸਾਰ ਵਿੱਚ ਪ੍ਰਗਟ ਰੂਪ ਵਿੱਚ ਕਰਨੀ ਸੀ, ਜਨੇਊ ਦੀ ਗੱਲ ਗੁਰੂ ਪਾਤਸ਼ਾਹ ਕੱਲਿਆਂ ਆਪਣੇ ਪੇਰੈਂਟਸ ਨਾਲ ਘਰ ਗੱਲ ਕਰ ਲੈਂਦੇ ਤੇ ਨਾ ਕਹਿੰਦੇ ਕਿ ਇਹ ਤੁਸੀਂ ਸਾਰਿਆਂ ਨੂੰ ਬੁਲਾਓ। ਉਸ ਵੇਲੇ ਦਾ ਸੀਨ ਕੀ ਹੈ? ਜੇ ਲੋਕਾਂ ਨੂੰ ਸੱਦਾ ਪੱਤਰ ਦੇ ਕੇ ਬੁਲਾਇਆ ਜਾਂਦਾ ਸੀ ਤੇ ਮਹੀਨਾ ਪਹਿਲੇ ਉਹਨਾਂ ਨੂੰ ਸੱਦਾ ਪੱਤਰ ਭੇਜੇ ਹੋਣਗੇ, ਪੂਰੀਆਂ ਤਿਆਰੀਆਂ ਹੋਈਆਂ ਹੋਣਗੀਆਂ ਤੇ ਜਨੇਊ ਦੀ ਰਸਮ ਲਈ ਪੰਡਤ ਜੀ ਵੀ ਆ ਗਏ। ਪਰ ਕਿਹਾ ਕੀ ਉਹਨਾਂ ਨੂੰ? ਇਹ ਨਹੀਂ ਕਿਹਾ ਮੈਂ ਜਨੇਊ ਨਹੀਂ ਪਾਣਾ। ਇਹ ਪੁੱਛਿਆ ਪੰਡਤ ਜੀ ਮੇਰੀ ਭੈਣ ਨੂੰ ਜਨੇਊ ਕਿਉਂ ਨਹੀਂ ਪਾਇਆ ਗਿਆ ਤੇ ਇਹ ਜਨੇਊ ਵੱਖਰੇ ਵੱਖਰੇ ਕਿਉਂ ਹੁੰਦੇ ਨੇ? ਪੂਰੀ ਲੋਕਾਈ ਦੇ ਅੰਦਰ ਸਮਾਜ ਵਿੱਚ ਚੱਲ ਰਹੀਆਂ ਉਹ ਰਿਵਾਇਤਾਂ ਜਿਹੜੀਆਂ ਸਮਾਜ ਵਿੱਚ ਵਰਨ ਵੰਡ ਕਰਦੀਆਂ ਸੀ, ਜਿਹੜੀਆਂ ਸਮਾਜ ਵਿੱਚ ਉੱਚੀ ਨੀਵੀਂ ਜਾਤ ਬਣਾਉਂਦੀਆਂ ਸੀ, ਜਿਹੜੀਆਂ ਸਮਾਜ ਵਿੱਚ ਅਮੀਰੀ ਗਰੀਬੀ ਦਾ ਪ੍ਰਗਟਾਵਾ ਕਰਦੀਆਂ ਨੇ, ਜਿਹੜੀਆਂ ਸਮਾਜ ਵਿੱਚ ਬੋਝ ਬਣੀਆਂ ਹੋਈਆਂ ਨੇ, ਜਿਨ੍ਹਾਂ ਨੂੰ ਹੰਕਾਰੀ ਵੱਧ ਚੜ ਕੇ ਕਰਦਾ ਹੈ ਤੇ ਜਿਹੜਾ ਨਹੀਂ ਕਰ ਸਕਦਾ ਉਹ ਕਰਜ਼ੇ ਲੈ ਕੇ ਢੋਂਦਾ ਹੈ। ਉਹਨਾਂ ਲਈ ਅਗਰ ਗੁਰੂ ਪਾਤਸ਼ਾਹ ਨੇ ਇਹ ਜਨੇਊ ਦੀ ਰਸਮ ਵੇਲੇ ਉਸ ਨੂੰ ਕਿਵੇਂ ਰੋਕ ਕੇ ਤੇ ਸਮਾਜ ਨੂੰ ਸੱਚ ਦਾ ਗਿਆਨ ਪੜਾਉਣਾ ਹੈ, ਇਹ ਵੀ ਗੁਣ ਗਾਣਾ ਨਹੀਂ ਹੈ, ਇਹ ਵੀ ਗੁਣ ਗਾਣਾ ਹੈ। ਗੁਰੂ ਪਾਤਸ਼ਾਹ ਨੇ ਪੂਰਾ ਉਸ ਵੇਲੇ ਗਿਆਨ ਪੂਰੀ ਬਰਾਦਰੀ ਨੂੰ, ਬਰਾਦਰੀ ਇਕੱਠੀ ਹੋਈ ਸੀ ਨਾ, ਪੂਰੀ ਬਰਾਦਰੀ ਨੂੰ ਸਮਝ ਦਿੱਤੀ। ਕਿਵੇਂ ਖੜੇ ਹੋਏ ਹੋਣਗੇ, ਕਿਵੇਂ ਗੱਲ ਕੀਤੀ ਹੋਏਗੀ, ਕਿੰਨੀ ਨਮਰਤਾ ਹੋਏਗੀ, ਕਿੰਨਾ ਧੀਰਜ ਹੋਏਗਾ, ਕਿੰਨਾ ਠਹਿਰਮਾ ਹੋਏਗਾ, ਇਹ ਸਾਰਾ ਕੁਝ ਸਾਨੂੰ ਪੜਾਇਆ। ਸੇਈ ਤੁਧ ਨੂੰ ਗਾਵੇਂ ਜੋ ਤੁਧ ਪਾਵਨ। ਤੇ ਕਿਹਾ ਕਿ ਜਨੇਊ ਕੀ ਹੁੰਦਾ ਸੀ? ਜਨੇਊ ਪੰਡਤ ਦਾ ਜਨੇਊ ਵੱਖਰੇ ਰੰਗ ਦਾ, ਗੰਢਾਂ ਵੱਖਰੇ ਰੰਗ ਦੀਆਂ, ਵੈਸ਼ ਦਾ ਜਨੇਊ ਵੱਖਰੇ ਰੰਗ ਦਾ, ਗੰਢਾਂ ਵੱਖਰੇ ਰੰਗ ਦੀਆਂ। ਉਹ ਜਿਹੜਾ ਜਨੇਊ ਵਟਿਆ ਜਾਂਦਾ ਉੱਤੇ ਜਿਹੜੇ ਵੱਟ ਪਾ ਕੇ ਤੇ ਉਹਦੇ ਉੱਤੇ ਜਿਹੜੀਆਂ ਗੰਢਾਂ ਪਾਈਆਂ ਜਾਂਦੀਆਂ ਨੇ, ਸਾਰੀਆਂ ਜਾਤਾਂ ਦੀਆਂ ਵੱਖਰੇ ਵੱਖਰੀਆਂ ਹੁੰਦੀਆਂ। ਭਾਈ ਕਾਨ ਸਿੰਘ ਨਾਭਾ ਦਾ ਮਹਾਨਕੋਸ਼ ਪੜ੍ਹ ਕੇ ਦੇਖੋ ਕਿ ਜਨੇਊ ਕਿਤਨੀ ਤਰ੍ਹਾਂ ਦੇ ਹੁੰਦੇ ਨੇ। ਤੇ ਇਸਤਰੀ ਤੇ ਪਾ ਹੀ ਨਹੀਂ ਸਕਦੀ ਤੇ ਸ਼ੂਦਰ ਵੀ ਨਹੀਂ ਪਾ ਸਕਦਾ। ਹੋ ਗਈ ਵਰਨ ਵੰਡ।
ਵੰਡੀਆਂ ਗਈਆਂ ਜਾਤਾਂ। ਹੁਣ ਕੀ ਪੜਾਇਆ? ਇਹ ਹੰਕਾਰ ਦਾ ਪ੍ਰਤੀਕ ਹੈ। ਇਸ ਕਰਕੇ ਕਿਹਾ ਕਿ ਦਇਆ, ਇਹ ਜਿਹੜਾ ਲਫ਼ਜ਼ ਹੈ ਦਇਆ, ਕਪਾ, ਸੰਤੋਖ, ਸੂਤ, ਜਤ, ਗੰਢੀ, ਸਤ, ਵੰਡ, ਇਹ ਜਨੇਊ ਜੀ ਕਾ ਹਈ ਤਪਾਂਡੇ ਕੱਤ। ਕੀ ਕਿਹਾ? ਮੈਂ ਜਨੇਊ ਪਾਣਾ ਹੈ, ਪਰ ਉਹ ਵਾਲਾ ਜਨੇਊ ਪਾਣਾ ਹੈ ਜਿਹੜੀ ਸਾਰੀ ਮਨੁੱਖਤਾ ਇੱਕੋ ਜਿਹਾ ਪਾ ਸਕੇ, ਜਿਹੜਾ ਦਿਲ ਤੇ ਪਾਇਆ ਜਾਂਦਾ, ਜਿਹੜੇ ਜਨੇਊ ਨਾਲ ਦਇਆ ਆਂਦੀ ਹੈ, ਜਿਹੜੇ ਜਨੇਊ ਨਾਲ ਹੰਕਾਰ ਵਾਲੀ ਕਠੋਰਤਾ ਉਤਰਦੀ ਹੈ, ਸਮਾਜ ਵਿੱਚ ਜੀ ਦਇਆ ਕੀਤੀ ਜਾਂਦੀ ਹੈ। ਇਹੀ ਚੱਲਦੇ ਜਾ ਰਹੇ ਨਾ ਸਾਰਾ ਸਾਡਾ ਗਾਵਨ ਰਤਨ ਉਪਾਏ ਤੇਰੇ 68 ਤੀਰਥ ਨਾਲੇ, ਗਾਵੇਂ ਜੋਧ ਮਹਾਬਲ ਸੂਰਾ, ਗਾਵੇ ਖਾਣੀ ਚਾਰੇ, ਗਾਵੇਂ ਖੰਡ ਮੰਡਲ ਵਰ ਪੰਡਾ ਕਰ ਕਰ ਰੱਖੇ ਤਾਰੇ। ਇਹ ਜੋਧੇ ਮਹਾਬਲ ਸੂਰਮੇ ਕਿਹੜੇ ਨੇ? ਜਿਹੜੇ ਗਾ ਰਹੇ ਨੇ ਸੇਈ ਤੁਧ ਨੂੰ ਗਾਵੇਂ ਜੋ ਤੁਧ ਪਾਵਨ। ਇਹ ਜੋਧੇ ਗਾਉਂਦੇ ਨੇ, ਮਹਾਬਲੀ ਸੂਰਮੇ ਗਾ ਰਹੇ ਨੇ, ਖਾਣੀ ਚਾਰੋਂ ਖਾਣੀਆਂ ਗਾ ਰਹੀਆਂ ਨੇ। ਪਾਤਸ਼ਾਹ ਨੇ ਦਇਆ ਦਾ ਕਪਾਹ ਮੰਗਾਈ। ਦਇਆ ਦੀ ਕਪਾਹ ਕਿੱਥੋਂ ਲਿਆਣੀ ਹੈ? ਇਹ ਮਨ ਨੇ ਕਠੋਰਤਾ ਉਤਾਰ ਕੇ ਦਇਆ ਵਾਲੀ ਕਪਾਹ ਬਣਨਾ ਹੈ। ਹੁਣ ਇਸ ਦਇਆ ਦੀ ਕਪਾਹ ਨਾਲ ਜਦੋਂ ਸਾਰਿਆਂ ਨਾਲ ਵਰਤੇਗਾ, ਸਾਰਿਆਂ ਦੇ ਅੰਦਰ ਇੱਕੋ ਅਕਾਲ ਪੁਰਖ ਨੂੰ ਮਹਿਸੂਸ ਕਰਨ ਲਈ ਦਇਆ ਦੀ ਭਾਵਨਾ ਨਾਲ, ਭਾਵਨਾਵਾਂ ਬਣਾਈਆਂ ਨਾ ਸਾਡੇ ਅੰਦਰ, ਦਇਆ ਦੀ ਭਾਵਨਾ ਨਾਲ ਸਾਰਿਆਂ ਨਾਲ ਵਰਤਣਾ ਕੀ ਹੋਏਗਾ? ਸੰਤੋਖ ਦਾ ਸੂਤਰ ਬੁਣਨਾ। ਇਹ ਬੁਣਿਆ ਕਿਵੇਂ ਜਾਏਗਾ? ਦਇਆ ਦੀ ਕਪਾਹ ਨੂੰ ਪਿੰਜ ਕੇ ਸੰਤੋਖ ਦਾ ਸੂਤਰ ਧਾਗਾ ਤਿਆਰ ਕਰਕੇ ਉਸ ਤੇ ਜੱਤ ਦੀਆਂ ਗੰਢਾਂ, ਐ ਤੇ ਕਿਆ ਅਸੀਂ ਕਰਕੇ ਆਏ ਹਾਂ, ਗਾਵਨ ਜਤੀ ਸਤੀ ਸੰਤੋਖੀ। ਜੱਤ ਦੀਆਂ ਗੰਢਾਂ, ਇੰਦਰੀਆਂ ਸਤਿਗੁਰ ਦੇ ਆਖੇ ਤੁਰਨ ਵਾਲੀਆਂ, ਉਸ ਧਾਗੇ ਤੇ ਜੱਤ ਦੀਆਂ ਗੰਢਾਂ ਤੇ ਸੱਤ ਦਾ ਵੱਟ, ਗੰਢ ਪਾ ਕੇ ਫਿਰ ਧਾਗੇ ਨੂੰ ਵਟਿਆ ਜਾਂਦਾ ਸੀ। ਉਹ ਧਾਗਾ ਕਿਹੜਾ ਹੈ? ਨਿਰਮਲ। ਸਾਰੇ ਗੁਣ ਆਏ ਉਹਨੇ ਗਾਇਆ, ਸੇਈ ਤੁਧ ਨੂੰ ਗਾਵੇਂ ਜੋ ਤੁਧ ਭਾਵਨ। ਜਿਨ੍ਹਾਂ ਨੇ ਸਮਾਜ ਵਿੱਚ ਹੋਰ ਕੁਰੀਤੀਆਂ ਵਿੱਚ ਹਿੱਸਾ ਨਹੀਂ ਪਾਇਆ, ਉਹ ਸਮਾਜ ਦੇ ਪੁਰਾਣੇ ਰੀਤ ਰਿਵਾਜਾਂ ਵਿੱਚ ਵਹਿਣ ਵਿੱਚ ਤੁਰੇ ਨਹੀਂ। ਅਸੀਂ ਉਸ ਦਿਨ ਉਹ ਸ਼ਬਦ ਨਹੀਂ ਕਰ ਰਹੇ ਸਾਂ, ਜਿਹੜਾ ਸ਼ਬਦ ਹੈਗਾ ਪੂਤਾ ਮਾਤਾ ਕੀ ਅਸੀਸ, ਉਹਦੀ ਪਹਿਲੀ ਪੰਕਤੀ ਅਸੀਂ ਕਿਵੇਂ ਸਮਝੇ ਸਾਂ? ਜਿਸ ਸਿਮਰਤ ਸਭ ਕਿਲ ਵਿਖ ਨਾਸੇ, ਪਿਤਰੀ ਹੋਏ ਉਧਾਰੋ। ਇਹ ਪੁੱਤਰੀ ਹੋਏ ਉਧਾਰੋ ਕੀ ਹੋਇਆ ਸੀ ਸਾਡਾ ਉਸ ਦਿਨ? ਯਾਦ ਜੇ? ਯਾਦ ਕਰੋ ਸਾਰਾ। ਪਿਤਰੀ ਹੋਏ ਉਧਾਰੋ। ਪਿੱਤਰ ਕਿਹਨੂੰ ਕਿਹਾ ਜਾਂਦਾ ਸੀ? ਪਿੱਤਰ ਤੇ ਕਿਹਾ ਜਾਂਦਾ ਜਿਹੜੇ ਬਜ਼ੁਰਗ, ਜਿਹੜੇ ਵੱਡੇ ਵਡੇਰੇ ਸਾਡੇ ਹੁਣ ਧਰਤੀ ਵਿੱਚ ਨਹੀਂ ਹੈਗੇ, ਉਹ ਮਰ ਚੁੱਕੇ ਨੇ, ਜਿਨ੍ਹਾਂ ਨੂੰ ਮੰਨਿਆ ਜਾਂਦਾ ਸਵਰਗ ਲੋਕ ਵਿੱਚ ਬੈਠੇ ਨੇ। ਜਿਹੜੇ ਸਵਰਗ ਲੋਕ ਵਿੱਚ ਬੈਠੇ ਨੇ, ਉਹਨਾਂ ਦਾ ਉਧਾਰ ਕਿਵੇਂ? ਅਕਾਲ ਪੁਰਖ ਦਾ ਸਿਮਰਨ ਕਰਕੇ ਕਿਲ ਵਿਖ ਨਾਸ ਹੁੰਦੇ ਨੇ। ਮੇਰੇ ਆਪਣੇ ਅਵਗੁਣ ਨਾਸ ਹੋ ਗਏ ਤੇ ਪਿਤਰੀ ਹੋਏ ਉਧਾਰੋ। ਜਿਸ ਸਿਮਰਤ ਸਭ ਕਿਲ ਵਿਖ ਨਾਸੇ, ਪਿਤਰੀ ਹੋਏ ਉਧਾਰੋ। ਫਿਰ ਅਸੀਂ ਬਾਣੀ ਰਾਏ ਪਿੱਤਰ ਸਮਝਣ ਲੱਗੇ ਸੀ। ਜਦੋਂ ਬਾਣੀ 'ਚ ਸ਼ਬਦ ਆਂਦਾ ਕਿ ਜੀਵਤ ਪਿੱਤਰ ਨਾ ਮਾਨੇ ਕੋ ਮੂਏ ਸਰਾਧ ਕਰਾਈ, ਇਸ ਦਾ ਮਤਲਬ ਹੈ ਗੁਰੂ ਪਾਤਸ਼ਾਹ ਨੇ ਬਜ਼ੁਰਗ ਜਿਹੜੇ ਜਿਉਂਦੇ ਨੇ ਉਹਨਾਂ ਨੂੰ ਪਿੱਤਰ ਕਿਹਾ। ਵੀ ਜਦੋਂ ਪਿੱਤਰ ਜੀਵਤ ਨੇ, ਬਜ਼ੁਰਗ ਜੀਵਤ ਨੇ,
ਵੱਡੇ ਵਡੇਰੇ ਜਿਉਂਦੇ ਨੇ, ਉਹਨਾਂ ਦੀ ਤੇ ਤੂੰ ਸੇਵਾ ਨਹੀਂ ਕੀਤੀ ਹੈ ਨਾ। ਜੀਵਤ ਪਿੱਤਰ ਨਾ ਮਾਨੇ ਕੋ, ਜੀਵਦਿਆਂ ਨੂੰ ਆਪਣਾ ਬਜ਼ੁਰਗ ਮੰਨਿਆ ਨਹੀਂ ਤੇ ਮੂਹੇ ਸਰਾਧ ਕਰਾਈ। ਮਰਨ ਤੋਂ ਬਾਅਦ ਸਰਾਧ ਕਰ ਰਿਹਾ ਕਿ ਉਹਨਾਂ ਦਾ ਉਧਾਰ ਹੋ ਜਾਏ। ਜਦੋਂ ਜਿਉਂਦੇ ਸੀ ਤਾਂ ਤੇ ਤੂੰ ਆਪਣਾ ਉਧਾਰ ਕਰਾਇਆ ਨਹੀਂ। ਭਾਵ ਕਿ ਪਿੱਤਰ ਕੌਣ ਸਮਝ ਆਇਆ? ਵੱਡੇ ਵਡੇਰੇ। ਹੁਣ ਇੱਥੇ ਕਿਲਵਿਖ ਨਾਸੇ ਪਿਤਰੀ ਹੋਏ ਉਧਾਰੋ ਤੇ ਅਸੀਸ ਦਿੱਤੀ ਜਾ ਰਹੀ ਹੈ। ਪੁੱਤਾ ਮਾਤਾ ਕੀ ਅਸੀਸ, ਨਿਮਕ ਨ ਬਿਸਰੋ ਤੁਮਕੋ ਹਰ ਹਰ ਸਦਾ ਭਜੋ ਜਗਦੀਸ਼। ਦੱਸਿਆ ਜਾ ਰਿਹਾ ਤੈਨੂੰ ਵਿਸਰੇ ਨਾ, ਤੂੰ ਸਦਾ ਜਗਦੀਸ਼ ਨੂੰ ਚਿੱਤ ਚੇਤੇ ਵਿੱਚ ਮਹਿਸੂਸ ਕਰ। ਨਹੀਂ ਵਿਸਾਰੇਗਾ, ਸਦਾ ਚੇਤੇ ਰੱਖੇਗਾ, ਫਿਰ ਤੈਨੂੰ ਇਹ ਲਾਭ ਹੋਏਗਾ ਕਿ ਜੋ ਅਕਾਲ ਪੁਰਖ ਤੇਰੀ ਸਮਰਨ, ਤੇਰੀ ਚਿੱਤ ਚੇਤਾ ਸ਼ਕਤੀ ਵਿੱਚ ਤਾਕਤ ਦੇਗਾ। ਉਸ ਸਦਕਾ ਤੇਰੇ ਔਗਣੀ ਖਿਆਲ ਨਾਸ ਹੋ ਜਾਣਗੇ। ਪਲੱਸ ਹੋਰ ਕੀ ਨਾਸ ਹੋਏਗਾ? ਪਿਤਰੀ ਹੋਏ ਉਧਾਰੋ। ਹੁਣ ਪਿੱਤਰ ਕੀ ਹੋ ਗਿਆ? ਵੱਡੇ ਵਡੇਰਿਆਂ ਦੇ ਖਿਆਲ। ਜਦੋਂ ਅਸੀਂ ਰੀਤ ਰਿਵਾਜ ਨਿਭਾਉਂਦੇ ਹਾਂ ਨਾ, ਸਾਫ਼ ਸਭ ਤੋਂ ਗੱਲ ਪਤਾ ਕੀ ਕਹਿੰਦੇ, ਜਿਹੜੀਆਂ ਰੀਤਾਂ ਵੱਡੇ ਬਣਾ ਗਏ ਨੇ, ਜਿਹੜੀਆਂ ਇਤਨੇ ਸਮੇਂ ਤੋਂ ਚਲਦੀਆਂ ਆ ਰਹੀਆਂ ਨੇ, ਤੇ ਜਦੋਂ ਗੁਰੂ ਨਾਨਕ ਪਾਤਸ਼ਾਹ ਖੜੇ ਹੋਏ ਸੀ ਉਹ ਵੀ ਤੇ ਵੱਡੇ ਵਡੇਰਿਆਂ ਦੀਆਂ ਬਣਾਈਆਂ ਹੋਈਆਂ ਰੀਤਾਂ ਸੀ। ਗੁਰੂ ਪਾਤਸ਼ਾਹ ਨੇ ਵੱਡੇ ਵਡੇਰਿਆਂ ਦੀਆਂ ਉਹ ਰੀਤਾਂ ਜਿਹੜੀਆਂ ਸਮਾਜ ਲਈ ਸ਼ਰਾਪ ਸੀ, ਸਮਾਜ ਨੂੰ ਹੋਰ ਡਿਗਾ ਰਹੀਆਂ ਸੀ, ਉਹਨਾਂ ਰੀਤਾਂ ਦੇ ਲਈ ਸਮਾਜ ਲਈ ਵਿੱਚ ਖੜੇ ਹੋ ਕੇ ਕੀ ਕੀਤਾ? ਲੱਭੋ ਜ਼ਰਾ, ਹੁਣ ਇਤਿਹਾਸ ਪੜ੍ਹੋ। ਅਸੀਂ ਕਹਿੰਦੇ ਆ ਨਾ, ਅਸੀਂ ਬਾਣੀ ਤੋਂ ਵੀ ਸਿੱਖਦੇ ਹਾਂ, ਅਸੀਂ ਇਤਿਹਾਸ ਤੋਂ ਵੀ ਸਿੱਖਦੇ ਹਾਂ। ਇੰਝੇ ਮੈਂ ਸਮਝ ਰਹੀ ਸੀ ਕਿ ਜਦੋਂ ਗੁਰੂ ਪਾਤਸ਼ਾਹ ਨੇ ਲੰਗਰ ਪ੍ਰਥਾ ਚਲਾਈ ਤੇ ਕੀ ਇੱਕੋ ਵਾਰੀ ਚ ਸਾਰੇ ਮੰਨ ਗਏ ਹੋਣਗੇ? ਆਓ ਇੱਕੋ ਪੰਕਤੀ ਚ ਬੈਠ ਜਾਈਏ। ਉੱਥੇ ਹੀ ਬ੍ਰਾਹਮਣ, ਉੱਥੇ ਹੀ ਖੱਤਰੀ, ਉੱਥੇ ਹੀ ਵੈਸ਼, ਉੱਥੇ ਹੀ ਸ਼ੂਦਰ। ਛੇਤੀ ਨਾਲ ਕਿਹਾ ਤੇ ਮੰਨ ਗਏ, ਬਹਿ ਗਏ? ਨਹੀਂ, ਉਹ ਇੱਕ ਪੰਗਤ ਵਿੱਚ ਬੈਠਣ ਤੋਂ ਪਹਿਲਾਂ, ਉਹ ਬਰਾਬਰਤਾ ਕਰਨ ਤੋਂ ਪਹਿਲਾਂ ਉਹਨਾਂ ਦੀ ਸੋਚ ਵਿੱਚੋਂ ਵੀ ਤੇ ਕਿਲਵਿਕ ਔਰ ਪਿਤਰੀ ਉਧਾਰ ਕੀਤਾ। ਬ੍ਰਾਹਮਣ ਦੇ ਅੰਦਰ ਹੰਕਾਰ ਭਰਿਆ ਹੋਇਆ, ਸ਼ੂਦਰ ਦੇ ਅੰਦਰ ਡਿਗਣਾ ਭਰਿਆ ਹੋਇਆ। ਉਹ ਕਿਹੜਾ ਛੇਤੀ ਉੱਠ ਗਿਆ ਹੋਏਗਾ? ਪਹਿਲੇ ਸੋਚ ਵਿੱਚੋਂ ਉਧਾਰ ਕੀਤਾ, ਫਿਰ ਲੰਗਰ ਵਿੱਚ ਇਕਸਾਰ ਬੈਠਦੇ ਆ। ਅਸੀਂ ਲੰਗਰ ਗੁਰਦੁਆਰੇ ਵਿੱਚ ਕਰਦੇ ਆ, ਪਰ ਜੇ ਅਸੀਂ ਆਪਣੇ ਜੀਵਨ ਵਿੱਚ ਹੱਲੇ ਅੰਦਰ ਅਲੱਗ-ਅਲੱਗ ਜਾਤਾਂ, ਅਲੱਗ-ਅਲੱਗ ਬਹੁਤ ਕੁਛ ਅਗਰ ਰੱਖਿਆ ਹੋਇਆ ਹੈ, ਫਿਰ ਸਾਡਾ ਲੰਗਰ ਕੇਵਲ ਗੁਰਦੁਆਰੇ ਤੱਕ ਹੀ ਨਹੀਂ ਹੈ। ਅਸੀਂ ਘਰ ਦੇ ਅੰਦਰ, ਸੋਚ ਦੇ ਅੰਦਰ, ਗੁਰੂ ਪਾਤਸ਼ਾਹ ਨੇ ਪਹਿਲਾਂ ਸੋਚ ਬਦਲੀ ਹੈ, ਸਤਿਗੁਰ ਨਾਲ ਬਿਠਾਇਆ ਹੈ ਸੋਚ ਵਿੱਚ। ਲੰਗਰ ਵਿੱਚ ਜਦੋਂ ਮੈਂ ਬੈਠਾ ਵਾਂ ਨਾ, ਸਤਿਗੁਰ ਨਾਲ ਬੈਠਾ ਹੈ। ਇਸੀ ਕਰਕੇ ਸਰਬ ਵਿਆਪਕਤਾ ਮਹਿਸੂਸ ਕਰਨ ਲਈ ਜਿਹੜਾ ਸਾਨੂੰ ਕਹੇ, ਸੇਈ ਤੁਧ ਨੂੰ ਗਾਵੇਂ ਜੋ ਤੁਧ ਪਾਵਨ, ਰੱਤੇ ਤੇਰੇ ਭਗਤ ਰਸਾਲੇ। ਅੱਗੇ ਕੀ ਕਹੇ? ਹੋਰ ਕੀਤੇ ਗਾਵਨ ਸੇ ਮੈਂ ਚਿਤ ਨਾ ਆਵਨ, ਨਾਨਕ ਕਿਆ ਵਿਚਾਰੇ। ਨਾਲ ਹੈ ਪੰਕਤੀ ਲੋ, ਹੋਰ ਕੀਤੇ, ਹੋਰ ਦੇ ਰਾਰੇ ਨੂੰ ਸਿਆਰੀ ਹੈ। ਹੋਰ ਨਾਲ ਕਿਤਨੇ, ਹੋਰ ਕੀਤੇ ਗਾਵਨ, ਹੋਰ ਨਾਲ ਕਿਤਨੇ ਗਾਉਂਦੇ ਨੇ, ਹੋਰ ਵਸ ਕਿਤਨੇ ਗਾਉਂਦੇ ਨੇ।
ਸੇ ਮੈਂ ਚਿਤ ਨਾ ਆਵਨ। ਉਹ ਮੈਨੂੰ ਚਿੱਤ ਵਿੱਚ ਨਹੀਂ ਆਉਰੇ, ਉਹ ਮੇਰੇ ਚਿੱਤ ਵਿੱਚ ਨਹੀਂ ਨੇ। ਨਾਨਕ ਕਿਆ ਵਿਚਾਰੇ, ਨਾਨਕ ਉਹਨਾਂ ਦੀ ਕੀ ਵਿਚਾਰ ਕਰੇ। ਭਾਵ ਕੀ ਹੈ? ਪਹਿਲਾਂ ਅਸੀਂ ਹੋਰ ਸਮਝੀਏ, ਹੋਰ ਅਸੀਂ ਬਾਣੀ 'ਚ ਬੜੀ ਜਗ੍ਹਾ ਪੜ੍ਹ ਕੇ ਆਏ। ਹੋਰ ਹੋਮੇ ਚਖਣਾ ਚਾਕ, ਹੋਰ ਕੀ ਹੈ? ਅਸੀਂ ਬਾਰ-ਬਾਰ ਲੱਭਦੇ ਹਾਂ ਅਨੇਕ ਹੋਰ। ਜਿੱਥੇ ਇੱਕ ਨਹੀਂ ਹੈ, ਜਿੱਥੇ ਇੱਕ ਨਹੀਂ ਵਸਦਾ ਉੱਥੇ ਹੋਰ, ਜਿੱਥੇ ਇੱਕ ਨਹੀਂ ਵਸਦਾ ਉੱਥੇ ਹੈ ਅਨੇਕਤਾ, ਉੱਥੇ ਹੈ ਵਰਨ ਵੰਡ, ਉੱਥੇ ਸਾਰੀਆਂ ਜਾਤਾਂ, ਉੱਥੇ ਸਾਰੇ ਮਨੁੱਖ ਵੱਖਰੇ ਵੱਖਰੇ, ਸਾਰਿਆਂ ਨਾਲ ਵਰਤਨ ਵੇਲੇ ਅਲੱਗ ਸੋਚ, ਅਲੱਗ ਬਿਹੇਵੀਅਰ, ਅਲੱਗ ਵਰਤੋਂ ਵਿਹਾਰ। ਕੁਦਰਤ ਵਿੱਚ ਇੱਕ ਕਰਤਾ ਮਹਿਸੂਸ ਨਹੀਂ ਹੋਇਆ ਹੋਰ ਵਾਲੀ ਅਕਲ ਨਾਲ। ਹੋਰ ਹੋਮੈ ਚਖਣਾ ਚਾਖ। ਇੱਕ ਜਗ੍ਹਾ ਗੁਰੂ ਪਾਤਸ਼ਾਹ ਕਹਿੰਦੇ ਨੇ ਆਸਾ ਕੀ ਵਾਰਿਚੀ, ਗਿਆਨ ਨ ਗੱਲੀ ਢੂੰਡੀਏ ਕਥਨਾ ਕਰੜਾ ਸਾਰ। ਹੋਰ ਹਿਕਮਤ ਕਰਮ ਮਿਲੇ ਤਾਂ ਪਾਈਏ, ਹੋਰ ਹਿਕਮਤ ਹੁਕਮ ਖੁਆਰ। ਫਿਰ ਪੜੀਏ, ਗਿਆਨ ਨ ਗੱਲੀ ਢੂੰਡੀਏ ਕਥਨਾ ਕਰੜਾ ਸਾਰ। ਕਰਮ ਮਿਲੇ ਤਾਂ ਪਾਈਏ, ਹੋਰ ਹਿਕਮਤ ਹੁਕਮ ਖੁਆਰ। ਗਿਆਨ, ਸਮਝ, ਅਕਲ ਗੱਲਾਂ ਨਾਲ ਨਹੀਂ ਮਿਲਣੀ, ਉਹ ਤੇ ਕਥਨੀ ਪਏਗੀ, ਉਹ ਤੇ ਜੀਣੀ ਪਏਗੀ। ਜੀਣ ਲਈ ਉਹ ਸਾਰ, ਉਹ ਅੰਮ੍ਰਿਤ ਸਾਰ ਜਿਹੜਾ ਸਾਨੂੰ ਕਰੜਾ ਕਰਦਾ ਹੈ, ਜਿਹੜਾ ਸਾਨੂੰ ਮਜ਼ਬੂਤ ਕਰਦਾ ਹੈ, ਜਿਹਨੂੰ ਨਾਨਕ ਗਿਆ ਜਾਪੇ ਜਾਈਏ। ਉਸ ਰਾਹ ਤੇ ਤੁਰਨ ਨਾਲ ਜਿਹੜੇ ਅਸੀਂ ਕਰੜੇ ਹੋਵਾਂਗੇ, ਕਠੋਰ ਨਹੀਂ, ਕਰੜੇ, ਪੱਕੇ, ਮਜ਼ਬੂਤ। ਉਹ ਜਿਵੇਂ ਕਿੱਲੀ ਨਹੀਂ ਠੋਕੀ ਦੀ ਧਰਤੀ ਤੇ ਬਸ ਠੁੱਕ ਗਏ। ਉਹਨੂੰ ਕਿਹਾ ਟੇਕ ਮਿਲਣਾ, ਆਧਾਰ ਮਿਲਣਾ, ਸਹਾਰਾ ਮਿਲਣਾ। ਉਹ ਬਾਂਸ, ਉਹ ਕਿੱਲੀ ਧਰਤੀ ਤੇ ਪੂਰੀ ਤਰ੍ਹਾਂ ਗੱਡੀ ਗਈ। ਉਹ ਮਨ ਮਜ਼ਬੂਤ ਹੋ ਕੇ ਗੁਰੂ ਦੇ ਨਾਲ, ਮੂਲ ਨਾਲ ਇੱਕਦਮ ਜੁੜ ਗਿਆ। ਟੇਕ, ਆਸਰਾ, ਸਹਾਰਾ, ਪੱਕਾ। ਇਹ ਜਿਹੜਾ ਅਸੀਂ ਸ਼ੁਰੂ ਤੇ ਗੱਲਾਂ ਕੀਤੀਆਂ, ਕੁਦਰਤ ਦੇ ਕਰਤੇ ਦੇ ਗੁਣਾਂ ਨਾਲ ਭਰ ਜਾਣਾ। ਤੂੰ ਭਰਪੂਰ ਜਾਣਿਆ ਮੈਂ ਦੂਰ, ਤੂੰ ਤੇ ਸਾਰੀ ਜਗ੍ਹਾ ਭਰਿਆ ਪੂਰਿਆ ਪਿਆ, ਮੈਂ ਤੈਨੂੰ ਦੂਰ ਮੰਨਿਆ ਸੀ। ਤਾਈ ਤੇ ਕਿਹਾ ਮੈਂ ਮੂਰਖ ਕੀ ਕੇਤਕ ਬਾਤ ਹੈ, ਕੋਟ ਅਪਰਾਧੀ ਤਰਿਆ ਰੇ। ਜਿਨ੍ਹਾਂ ਨੇ ਕਰੋੜ ਅਪਰਾਧ ਕੀਤੇ ਹੁੰਦੇ ਨੇ ਉਹ ਵੀ ਗੁਰ ਨਾਲ ਤਰ ਜਾਂਦੇ ਨੇ, ਮੁਕਤ ਹੋ ਜਾਂਦੇ ਨੇ। ਕਿੱਥੋਂ? ਕਠੋਰਤਾ ਤੋਂ, ਵਰਨ ਵੰਡ ਤੋਂ, ਸੋਚ ਮੰਡਲ ਵਿੱਚ ਕਲੀਅਰ, ਬਿਲਕੁਲ ਐਕਸੈਪਟੈਂਸ। ਗੱਲ ਨਾਲ ਗੱਲ ਸਮਝ ਆ ਗਈ ਕਿ ਤੇਰੀ ਬਖਸ਼ਿਸ਼ ਮਿਲਦੀ ਹੈ, ਤਾਂ ਇਹ ਸਮਝ, ਇਹ ਤੇਰਾ ਗਿਆਨ, ਅੰਦਰ ਵਸਣ ਦਾ ਗਿਆਨ, ਅੰਮ੍ਰਿਤ ਤੇ ਬਿਖ ਦਾ ਗਿਆਨ, ਉਹ ਵਖਰੇਵਾ ਕਰਨਾ, ਉਹ ਚੋਣ ਤੂੰ ਆਪ ਬਖਸ਼ਦਾ ਹੈ। ਹੋਰ ਕੀ ਹੈ? ਹਿੱਕ ਦੀ ਮੱਤ ਹੈ, ਆਪਣੀ ਮੱਤ ਹੈ, ਮਨ ਦੀ ਮੱਤ ਹੈ। ਉਹ ਤੇ ਹੁਕਮ ਕਰਕੇ ਖੁਆਰੀ ਕਰਦੀ ਹੈ। ਪੰਕਤੀ ਦਾ ਮੀਨਿੰਗ, ਹੋਰ ਕੀਤੇ ਗਾਵਨ ਸੇ ਮੈਂ ਚਿਤ ਨਾ ਆਵਨ, ਨਾਨਕ ਕਿਆ ਵਿਚਾਰੇ। ਗੁਰੂ ਪਾਤਸ਼ਾਹ ਕਹਿੰਦੇ ਨੇ ਮੈਨੂੰ ਉਹ ਗੱਲ ਪੱਲੇ ਪੈ ਗਈ। ਪਹਿਲਾਂ ਮੈਂ ਹੋਰ ਦੀ ਮੱਤ ਨਾਲ ਚੱਲ ਰਿਹਾ ਸੀ। ਜਦੋਂ ਹੋਰ ਦੀ ਮੱਤ ਨਾਲ ਉਹ ਅੰਦਰੋਂ ਅਨੇਕਾਂ ਫੁਰਨੇ, ਬੇਅੰਤ ਜੀਵਨ ਦੇ ਤਰੀਕੇ ਮਿਲਦੇ ਜਾਂਦੇ ਨੇ। ਵਿਤਕਰੇ ਵੀ ਕਰਦਾ ਵਾਂ, ਕੇਵਲ ਗੱਲਾਂ ਕਰਦਾ ਗਿਆਨ ਦੀਆਂ, ਜੀਂਦਾ ਨਹੀਂ ਆ, ਤਾਂ ਤੂੰ ਚਿੱਤ ਵਿੱਚ ਵਸਿਆ ਮਹਿਸੂਸ ਨਹੀਂ ਹੁੰਦਾ। ਹੋਰ ਕੀਤੇ ਗਾਵਨ ਸੇ ਮੈਂ ਚਿੱਤ ਨਾ ਆਵਨ, ਉਹ ਚਿੱਤ ਵਿੱਚ ਵਸਿਆ ਮਹਿਸੂਸ ਨਹੀਂ ਹੁੰਦਾ। ਇਸ ਕਰਕੇ ਕਹਿੰਦੇ ਨੇ ਨਾਨਕ ਪਾਤਸ਼ਾਹ, ਉਹ ਹੋਰ ਦੀ ਨਾਲ,
होर नाल विचार थोड़े ना हो सकती है। विचार ते गुरु संग हुंदी है, विचार ते दर ते हुंदी है, विचार ते घर जान लई हुंदी है। घर जान लई गाण लई तेरी संग चाहिदा, तेरी मजबूती चाहिदी है। ये सानू लंगर विच सिखाया। तेरी मत ते हले साफ होई नहीं, तेरी मत ते बदली नहीं, तेरी बुद्धि ते बदली नहीं, बुद्ध बदली सिद्ध पाई। तां गुरु पातशाह सानू इन्हां पंक्तियां राहीं बड़ा प्यारा नज़रिया अपने आप नू देखण दा दिता है कि तैनू गाउंदे ने जो तैनू पाउंदे ने, तैनू पाउंदे ने तेरे प्रेम विच भर जांदे ने। ए प्रेम करना, तैनू प्रेम करना, तेरी पूरी लुकाई नू प्रेम करना, कुदरत नू प्रेम करना। ते जदों प्रेम करदे हां फिर वितकरा नहीं कर सकते, फिर वैर नहीं कर सकते, फिर डरदे भी नहीं हां, फिर निर्भैता भी है ते निर्वैरता भी है। ताई ते समाज विच उन्हां कुरीतियां दे सामने फेस करन दा, खड़े होण दा ताकत बख्शी। इंज गुरु पातशाह कहंदे ने इतिहास राहीं भी औरत दी जदों कुंड प्रथा हटाई ते उस दे अंदर की दिता बल। औरत नू जदों सती प्रथा तो रोकिया, ये कोई एक दिन विच गल कही ते हो गई होएगी। कितनी मेहनत कीती होएगी गुरु पातशाह ने उस वेले दे समाज नू भी घड़न विच। सो किन्नू किन्नू घड़िया ए भी लभ रहा सी। समाज दी भी ते घाड़त घड़ी जा रही है नाल नाल। समाज दी घाड़त लई भी जदों खड़े हो जाने आ ना तां भी गुण गाना ही हुंदा है, तां भी ताकत ही मिलदी है। हुण अगे कहंदे ने सोई सोई सदा सच साहिब साचा साची नाई। सोई ओही ओही कौन होई है जेड़ा सदा सच है। हुण पूरी गल पूरी सारियां पंक्तियां ला के देख लो। होर वेले सच नहीं है, तैनू पाना सच नाल रहना। ओ अकाल पुरख सोई सोई सदा सच साहिब साचा साची नाई। पढ़िए भी इंज सोई असी कट्ठा पढ़ जाने आ, सानू पंक्ति क्लीयर नहीं होंदी। सोई सोई सदा सच साहिब साचा साची नाई। कुछ नहीं पता लगा क्या की गया, वखरे वखरे करो। सोई सोई किदी गल हो रही है? अकाल पुरख दी। दस कौन रहा है? गुरु। किदे बारे? सदा सच। सदा सच, सदा मौजूद, सदा हाजर, सदा व्यापक, सदा एक, सारियां विच इक्को जिहा। कौन? साहिब साचा, सच्चा मालक हर थां हर वेले हर किसी दे अंदर पूरा भरपूर है, किथे वध किथे घट नहीं है। ओदी ताई ते क्या ओदी साची नाई। ओदी कुदरत भी जेड़ी रजी हुई है, जेड़ी उन्हें कुदरत साजी है, जेड़ी कुदरत सवारी है शिंगारी है, जिदी वो संभाल कर रहा है, वो अपने हुक्मां राही अपनी कुदरत विच वसदा है। वो अपने गुणा राही अपनी कुदरत विच वसदा है। पर महसूस कदों होंदा है? जदों ओदे हुक्मां विच चलदे हां ते गुणा दी संभाल हुंदी है। धरती ने गुणा दी संभाल किवें कीती हुई है? ओदे हुक्म विच ओदा ग्रेविटेशनल फोर्स जिन्हों असी कहने आ, उस बल करके धरती टिकी हुई है। यह ओदा नियम है। कोई चीज उत्ते सुटो थल्ले आंदी है, क्यों? एक नियम है। इंजे असी सिखदे आ।
असी किसी नूं कोई लफज दईए ना, उहिओ वापस आते ने। कदी अपने बच्चों नाल उच्ची बोल के देखो, जवाब उच्चा वापस आएगा। प्यार नाल बोल के देखो, जवाब प्यार वाला वापस आएगा। जो चीज बाहर कुदरत विच देंगे वो वापस सानू मिलेगी। ए कुदरत दा नियम है, हुक्म है। इंज गुण संभालदी है कुदरत, ते सानू भी गुरु पातशाह ओहिओ बल बख्श रहे ने गुणां नूं संभालन दा। ते करता किथे है भी होसी, जाए ना जासी, रचना जिन रचाई है। देखो इंज पढ़िया तो कितनी जल्दी समझ आया ना। है भी, हैगा, होसी, सदा रहेगा। आद सच, जुगाद सच, है भी सच, नानक होसी भी सच। अकाल पुरख शुरू तो है, सदा रहेगा। जेड़ा शुरू तो अकाल पुरख नाल जुड़ेगा, जिन्ने अकाल पुरख नाल जुड़न दी नवी शुरुआत कीती, ओ भी सच विच समाएगा। है भी होसी, जाए ना जासी, रचना जिन रचाई। जिन्हें रचना रची है, जिन्हें कुदरत रची है, जिन्हें गुण रचे ने, जिन्हें हुक्म रचे है, जिदा नाम हर पासे गुणा रूप विच वरतदा पिया है। नाम आधार है, हुक्म आधार है, शब्द आधार है। सो नाम नाल जुड़िए, शब्द नाल जुड़िए, हुक्म नाल जुड़िए। ओ करते दे बल लैके सदा मौजूद रहिए। आप मौजूद रहिए ते ओनू मौजूद वसिया महसूस करिए। भुल्लां चुकां दी खिमा। वाहिगुरू जी का खालसा, वाहिगुरू जी की फतेह।